ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਿਮਾਚਲ ਦੇ ਨਾਲ ਤੁਸੀਂ ਜੁੜੇ ਹੋਏ ਹੋ। ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ 7 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ। ਗੱਲ ਕਰ ਰਹੇ ਹਾਂ ਟਰੰਪ ਔਰ ਟੈਰਿਫ ਤੇ ਵਾਰ ਤੇ। T4 ਟਰੰਪ ਹੈ ਤਾਂ T4 ਟੈਰਿਫ ਹੈ। ਇਸ ਵਿਚਾਲੇ ਸਭ ਤੋਂ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਟਰੰਪ ਸਾਹਿਬ ਨੂੰ ਨੌਬਤ ਕਿਉਂ ਪੈ ਗਈ ਕਿ ਵਾਰ-ਵਾਰ ਇਹਨਾਂ ਨੂੰ ਟੈਰਿਫ ਵਧਾਉਣਾ ਪੈ ਰਿਹਾ। ਜਿਹੜੀ ਘੁਰਕੀ ਇਹ ਭਾਰਤ ਨੂੰ ਮਾਰ ਰਹੇ ਨੇ ਉਸ ਤੇ ਭਾਰਤ ਦੀ ਸਰਕਾਰ ਜਵਾਬ ਕੀ ਦੇਗੀ। ਇਸ ਖਾਸ ਰਿਪੋर्ट जरिए ਅਸੀਂ ਦਿਖਾਉਣ ਜਾ ਰਹੇ ਹਾਂ ਕਿ ਟਰੰਪ ਨੂੰ ਟੈਰਿਫ ਫੋਬੀਆ ਕਿਉਂ ਹੋਇਆ ਹੈ। ਤਾਂ ਡੋਨਲਡ ਟਰੰਪ ਨੇ ਸਿੱਧੇ ਤੌਰ ਤੇ ਭਾਰਤ ਨੂੰ ਧਮਕੀ ਦਿੱਤੀ ਸੀ ਕਿ ਜੇ ਤੁਸੀਂ ਰੂਸ ਤੋਂ ਤੇਲ ਖਰੀਦੋਗੇ ਤਾਂ ਮੈਂ ਤੁਹਾਡੇ ਤੇ ਰੈਸੀਪ੍ਰੋਕਲ ਟੈਰਿਫ ਲਗਾ ਦਾਂਗਾ। ਆਮ ਸ਼ਬਦਾਂ 'ਚ ਇਸ ਨੂੰ ਕੀ ਸਮਝਿਆ ਜਾਏ। ਸਿੱਧੇ ਤੌਰ ਤੇ ਇਹ ਮੰਨਣਾ ਪਏਗਾ ਕਿ ਜੇ ਟੈਰਿਫ ਭਾਰਤ ਤੇ ਲਗਾ ਦਿੱਤਾ ਗਿਆ ਹੈ, ਪਹਿਲਾਂ 25 ਸੀ ਹੁਣ 25 ਗੁਣਾ 2 ਕਰ ਦਿੱਤਾ ਗਿਆ ਹੈ, ਯਾਨੀ ਕਿ 50% ਟੈਰਿਫ। सब तो ज्यादा जे देशों च टैरिफ अदा करना पेगा तो भारत को अदा करना पेगा। ये बहुत बड़ी चुनौती है, आर्थिक तौर पर भी कूटनीतिक तौर पर भी। अमरीकी राष्ट्रपति डोनाल्ड ट्रंप ने एक बार फिर तो भारत के खिलाफ प्रेशर पॉलिटिक्स का सहारा लिया है। डोनाल्ड ट्रंप ने भारत से पहला 25% ਅਤੇ ਹੁਣ ਮੁੜ ਤੋਂ 25% ਹੋਰ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਅਮਰੀਕਾ ਵੱਲੋਂ ਭਾਰਤ ਤੇ ਕੁੱਲ 50% ਟੈਰਿਫ ਲਗਾਇਆ ਜਾ ਰਿਹਾ ਹੈ। ਟਰੰਪ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਨਾਰਾਜ਼ ਹਨ। ਇਸ ਨੂੰ ਲੈ ਕੇ ਉਹ ਕਈ ਵਾਰ ਧਮਕੀਆਂ ਵੀ ਦੇ ਚੁੱਕੇ ਨੇ, ਪਰ ਹੁਣ ਟਰੰਪ ਆਪਣੀ ਦੋਹਰੀ ਰਣਨੀਤੀ ਅਪਣਾ ਰਿਹਾ ਹੈ। ਇੱਕ ਪਾਸੇ ਭਾਰਤ ਦੇ ਨਾਲ ਰੂਸ ਦੇ ਰਿਸ਼ਤਿਆਂ ਨੂੰ ਲੈ ਕੇ ਨਾਰਾਜ਼ਗੀ ਹੈ ਤਾਂ ਦੂਜੇ ਪਾਸੇ ਯੂਰੋਪੀਅਨ ਸੰਘ ਤੇ ਮਿਹਰਬਾਨ ਨਜ਼ਰ ਆ ਰਿਹਾ। ਯੂਰੋਪੀਅਨ ਸੰਘ ਵੀ ਰੂਸ ਤੋਂ ਤੇਲ ਖਰੀਦਦਾ ਹੈ। ਵਾਧੂ 25% ਟੈਰਿਫ 27 ਅਗਸਤ ਅਤੇ ਪਹਿਲੇ ਵਾਲਾ 7 ਅਗਸਤ ਤੋਂ ਲਾਗੂ ਹੋਵੇਗਾ। ਰੂਸੀ ਤੇਲ ਖਰੀਦਣ ਕਾਰਨ ਅਮਰੀਕਾ ਵੱਲੋਂ ਇਹ ਟੈਰਿਫ ਲਗਾਇਆ ਗਿਆ। Indian officials have said that there are other countries that are buying Russian oil. It's okay. Like China, for instance, It's buys okay. more. Yeah. Why are you singling India out for these additional sanctions? It's only been 8 hours, so let's see what happens over the next. More secondary sanctions. Yeah, you're going to very see a lot soon. more. So this is a taste of You're what's going to to see a come. lot more. You're going to see so much secondary secondary sanctions. Yes, ma'am. ਸੋ ਅਮਰੀਕਾ ਆਪਣੀ ਸ਼ਰਤਾਂ ਤੇ ਭਾਰਤ ਦੇ ਨਾਲ ਟ੍ਰੇਡ ਡੀਲ ਕਰਨਾ ਚਾਹੁੰਦਾ ਹੈ, ਪਰ ਭਾਰਤ ਆਪਣੇ ਛੋਟੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਅਮਰੀਕਾ ਦੀ ਮਨਮਾਨੀ ਟ੍ਰੇਡ ਡੀਲ ਨੂੰ ਮੰਨਣ ਲਈ ਤਿਆਰ ਨਹੀਂ ਹੈ। ਭਾਰਤ ਨਹੀਂ ਚਾਹੁੰਦਾ ਕਿ ਭਾਰਤ ਦੇ ਕਿਸੇ ਵੀ ਕਿਸਾਨ ਜਾਂ ਫਿਰ ਕਾਰੋਬਾਰੀ ਨੂੰ ਇਸ ਟ੍ਰੇਡ ਡੀਲ ਕਾਰਨ ਨੁਕਸਾਨ ਹੋਵੇ। ਸੋ ਇਸੇ ਪ੍ਰੈਸ਼ਰ ਪੋਲਿਟਿਕਸ ਦੇ ਤਹਿਤ ਡੋਨਾਲਡ ਟਰੰਪ ਵਾਰ-ਵਾਰ ਟੈਰਿਫ ਦੀ ਧਮਕੀ ਤੋਂ ਭਾਰਤ ਨੂੰ ਮਜਬੂਰ ਕਰਨਾ ਚਾਹੁੰਦਾ ਹੈ। ਇਹੀ ਵਜ੍ਹਾ ਹੈ ਕਿ ਪਹਿਲੇ ਟਰੰਪ ਨੇ 25% ਟੈਰਿਫ ਲਗਾਇਆ ਤੇ ਹੁਣ ਇਸ ਨੂੰ ਵਧਾ ਕੇ 50% ਕਰ ਦਿੱਤਾ ਗਿਆ। ਪਰ ਟਰੰਪ ਦੇ ਟੈਰਿਫ ਲਗਾਉਣ ਪਿੱਛੇ ਦੀ ਵਜ੍ਹਾ ਕੀ ਹੈ, ਇਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਦਰਅਸਲ ਰੂਸ ਅਤੇ ਯੂਕਰੇਨ ਦੀ ਜੰਗ ਖਤਮ ਕਰਨ ਦੀ ਜੱਦੋ-ਜਹਿਦ 'ਚ ਟਰੰਪ ਕਾਫੀ ਸਮੇਂ ਤੋਂ ਲੱਗੇ ਹੋਏ ਨੇ, ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਟਰੰਪ ਨੂੰ ਇਸ 'ਚ ਸਫਲਤਾ ਨਹੀਂ ਮਿਲੀ। ਰੂਸ ਨੂੰ ਤੋੜਨ ਦੇ ਲਈ ਭਾਰਤ ਨੂੰ ਟਰੰਪ ਨੇ ਆਪਣਾ ਹਥਿਆਰ ਬਣਾਇਆ। ਅਮਰੀਕਾ ਨੂੰ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਤੇ ਇਤਰਾਜ਼ ਹੈ। ਟਰੰਪ ਦੇ ਮੁਤਾਬਕ ਤੇਲ ਤੋਂ ਕਮਾਈ ਦਾ ਇਸਤੇਮਾਲ ਰੂਸ ਜੰਗ ਦੌਰਾਨ ਕਰ ਰਿਹਾ ਹੈ, ਪਰ ਇਸ ਦਾ ਜਵਾਬ ਭਾਰਤ ਵੱਲੋਂ ਵੀ ਦਿੱਤਾ ਗਿਆ ਕਿ ਭਾਰਤ ਸਰਕਾਰ ਨੇ ਕਿਹਾ ਕਿ ਆਪਣੀ ਲੋੜ ਦੇ ਹਿਸਾਬ ਦੇ ਨਾਲ ਭਾਰਤ ਰੂਸ ਤੋਂ ਤੇਲ ਖਰੀਦਦਾ ਰਹੇਗਾ। ਸੋ ਭਾਵੇਂ ਟਰੰਪ ਪ੍ਰੈਸ਼ਰ ਪੋਲਿਟਿਕਸ ਰਾਹੀਂ ਭਾਰਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ, ਪਰ ਦੂਜੇ ਪਾਸੇ ਭਾਰਤ ਵੱਲੋਂ ਵੀ ਅਮਰੀਕਾ ਨੂੰ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। PM ਮੋਦੀ ਨੇ ਸਾਫ਼ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਕੋਈ ਸਮਝੌਤਾ ਨਹੀਂ ਹੋਣ ਦੇਵਾਂਗੇ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤਾਂ ਟਰੰਪ ਦੇ ਵੱਲੋਂ ਲਗਾਏ ਗਏ ਭਾਰਤ ਤੇ 50% ਟੈਰਿਫ ਤੇ ਦੇਸ਼ ਦੇ ਵਜ਼ੀਰ ਆਜ਼ਮ ਨੇ ਜਵਾਬ ਦੇ ਦਿੱਤਾ ਹੈ। PM ਮੋਦੀ ਨੇ ਕਿਹਾ ਕਿ ਸਾਡੇ ਕਿਸਾਨ ਅਤੇ ਵਪਾਰੀਆਂ ਦੇ ਹਿੱਤ ਦੇ ਨਾਲ ਹੁਣ ਸਮਝੌਤਾ ਨਹੀਂ ਹੋਏਗਾ। ਟਰੰਪ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਜਵਾਬ। ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ।
ਭਾਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਲੱਗ ਰਿਹਾ ਹੈ ਕਿ ਟੈਰਿਫ ਲਗਾਉਣ ਦੇ ਨਾਲ ਭਾਰਤ ਤੇ ਪ੍ਰੈਸ਼ਰ ਪੈਦਾ ਹੋ ਜਾਵੇਗਾ, ਪਰ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਅਜਿਹਾ ਨਜ਼ਰ ਬਿਲਕੁਲ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੇ ਲਗਾਏ ਗਏ ਟੈਰਿਫ ਨੂੰ ਲੈ ਕੇ ਕਰਾਰਾ ਜਵਾਬ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਕਿਸਾਨਾਂ ਦੇ ਹਿੱਤਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਪੀਐਮ ਮੋਦੀ ਨੇ ਦਿੱਲੀ 'ਚ ਆਯੋਜਿਤ ਸੰਮੇਲਨ 'ਚ ਹਿੱਸਾ ਲੈਂਦਿਆਂ ਹੋਇਆ ਕਿਹਾ ਕਿ ਕਿਸਾਨਾਂ ਦਾ ਹਿੱਤ ਸਭ ਤੋਂ ਉੱਤੇ ਹੈ ਅਤੇ ਭਾਰਤ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਖੇਤਰ ਨਾਲ ਜੁੜੇ ਲੋਕਾਂ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ। पशुपालकों के और मछुआरे भाई बहनों के हितों के साथ कभी भी समझौता नहीं करेगा। और मैं जानता हूं व्यक्तिगत रूप से मुझे बहुत बड़ी कीमत चुकानी पड़ेगी, लेकिन मैं इसके लिए तैयार हूं। मेरे देश के किसानों के लिए, मेरे देश के मछुआरों के लिए, मेरे देश के पशुपालकों के लिए आज भारत तैयार है। ਭਾਰਤ ਸਰਕਾਰ ਵੱਲੋਂ ਟੈਰਿਫ ਨੂੰ ਲੈ ਕੇ ਟਰੰਪ ਨੂੰ ਜਵਾਬ ਜੋ ਦਿੱਤਾ ਗਿਆ ਉਸ 'ਚ ਕਿਹਾ ਗਿਆ ਕਿ ਅਮਰੀਕਾ ਦਾ ਇਹ ਕਦਮ ਨਾਜਾਇਜ਼ ਅਤੇ ਤਰਕਹੀਣ ਹੈ। ਅਮਰੀਕਾ ਵੱਲੋਂ ਟੈਰਿਫ ਵਧਾਉਣਾ ਬੇहद ਮੰਦਭਾਗਾ ਹੈ ਅਤੇ ਦੇਸ਼ ਹਿੱਤ ਲਈ ਜੋ ਵੀ ਜ਼ਰੂਰੀ ਕਦਮ ਹੋਣਗੇ ਉਹ ਚੱਕੇ ਜਾਣਗੇ। ਸੋ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੇ ਕਿਸਾਨਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਜੋ ਕਿਹਾ ਉਹ ਬਿਲਕੁਲ ਸਹੀ ਹੈ। ਉਹ ਹਮੇਸ਼ਾ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਨਾਲ ਖੜੇ ਨੇ। ਪੂਰਾ ਦੇਸ਼ ਪੀਐਮ ਮੋਦੀ ਦੇ ਨਾਲ ਖੜਾ ਹੈ। प्रधानमंत्री जी ने बिल्कुल सही कहा है। किसानों के साथ तो हमेशा नरेंद्र मोदी जी खड़े हैं। इन्होंने फसल का एमएसपी वगैरह, जैसे किसानों की डिमांड थी, बहुत सी फसलों पर एमएसपी दी है इन्होंने। खाद दवाइयाँ समय पर मिल रही हैं और मंडियों की जो सुविधा है वो भी हमें नज़दीक ही मिल रही है, हर एक चीज़ सुविधा है। और अमेरिका जैसे देश को जवाब भी है, जैसे वो हमारे ऊपर टैरिफ वगैरह लगा रहे हैं, उसका जवाब दिया इन्होंने कि हमारे 100 करोड़ जनता के साथ हैं नरेंद्र मोदी जी। तो उन्होंने जो कहा है ठीक है, बिल्कुल सही है, हम सहमत हैं। पशुपालकों के लिए कहा है, मछली पालक के लिए कहा है, उन्होंने सभी किसानों के लिए हित में कहा है। मैं सबसे पहले मेरा किसान हित है। हाँ जी, ये देश से ही किसानों के ऊपर है। ये नरेंद्र मोदी जी ने शुरू में ही कहा है किसानों के ऊपर ही हमारा देश चलेगा। तो बिल्कुल ही सही है उनका जो कह रहे हैं, बिल्कुल सही कहा है उन्होंने। हाँ जी, बहुत अच्छा कह रहे हैं वो, उन्होंने अच्छा ही कहा है। किसानों के साथ ही खड़े हैं जी वो। पशुपालक के लिए भी बहुत अच्छा, डेयरी फार्म जो कोई खोल रहा है उनके लिए भी अच्छा वो दे रहे हैं अपना। फसल के लिए भी ठीक है जी, खाद दवाई टाइम पे मिल रही है, सारा कुछ हमें सही टाइम पे मिल रहा है। तो टाइम पे मिल रहा है। हाँ, टाइम पे मिल रहा है जी। तो आज उन्होंने कहीं विदेशों में जहाँ अमेरिका लगातार ऐसी बातें कर रहा था, उसको लेकर उन्होंने अपना जवाब शायद लगता है दिया है। हाँ जी, दिया वो, पर वो जो बाहर की सरकार कह रही है वो तो झूठ आरोप लगा रही है इन पे अपना। ये सही कर रहे हैं अपने जो उसमें गरीबों के हक में है, किसानों के हक में है। किसान से ही सारा काम है जी। फसल है तो सारा कारोबार है जी इसमें, जो फसल नहीं तो कारोबार भी नहीं। यानी किसान हित में है प्रधानमंत्री। हाँ जी, किसान ही है, किसान हित में है। हाँ जी, किसानों के लिए सोचते हैं। हाँ जी, किसानों के लिए जी। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰੂਸ ਦੇ ਨਾਲ ਤੇਲ ਵਪਾਰ ਕਰਨ ਦੇ ਲਈ ਭਾਰਤ ਤੇ 25% ਹੋਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ਭਾਰਤ ਤੇ 25% ਟੈਰਿਫ ਲਗਾ ਚੁੱਕਾ ਹੈ, ਪਰ ਅਮਰੀਕਾ ਦੀ ਪ੍ਰੈਸ਼ਰ ਪੋਲਿਟਿਕਸ ਦਾ ਅਸਰ ਭਾਰਤ ਤੇ ਵੇਖਣ ਨੂੰ ਨਹੀਂ ਮਿਲ ਰਿਹਾ। ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ਟੈਰਿਫ ਦਾ ਜਵਾਬ ਕਿਸ ਤਰ੍ਹਾਂ ਦਿੰਦਾ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤਾਂ ਟਰੰਪ ਦੇ ਵੱਲੋਂ ਲਗਾਏ ਗਏ ਟੈਰਿਫ ਤੇ ਹੁਣ ਸਿਆਸਤ ਵੀ ਭਖੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਾਲਾਂਕਿ ਸਾਫ਼ ਕੀਤਾ ਕਿ ਦੇਸ਼ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਹੋਏਗਾ। ਵਿਰੋਧੀ ਧਿਰਾਂ ਨੇ ਵੀ ਅਮਰੀਕਾ ਦੇ ਖਿਲਾਫ ਡਟ ਕੇ ਕਾਰਵਾਈ ਕੀਤੀ ਹੈ। ਟੈਰਿਫ ਵਾਰ ਤੇ ਪੋਲਿਟਿਕਸ, ਵਿਰੋਧੀ ਧਿਰਾਂ ਦੀ ਕੇਂਦਰ ਨੂੰ ਮੰਗ। ਟੈਰਿਫ ਵਾਰ ਤੇ ਹੁਣ ਟੈਰਿਫ ਪੋਲਿਟਿਕਸ ਵੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਵੱਲੋਂ ਹੁਣ ਅਮਰੀਕਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਦਾ ਜ਼ਰੂਰ ਅਸਰ ਪਵੇਗਾ ਕਿਉਂਕਿ ਸਾਡਾ ਅਮਰੀਕਾ ਦੇ ਨਾਲ $90 ਬਿਲੀਅਨ ਦਾ ਵਪਾਰ ਹੈ ਅਤੇ ਜੇ ਸਭ ਕੁਝ 50% ਮਹਿੰਗਾ ਹੋ ਜਾਂਦਾ ਹੈ ਤਾਂ ਖਰੀਦਦਾਰ ਵੀ ਸੋਚਣਗੇ ਕਿ ਉਹਨਾਂ ਨੂੰ ਭਾਰਤੀ ਚੀਜ਼ਾਂ ਕਿਉਂ ਖਰੀਦਣੀਆਂ ਚਾਹੀਦੀਆਂ ਨੇ। ਕਾਂਗਰਸ ਨੇ ਮੰਗ ਕੀਤੀ ਹੈ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਸਾਨੂੰ ਵੀ ਅਮਰੀਕੀ ਨਿਰਯਾਤ ਤੇ 50% ਟੈਰਿਫ ਲਗਾਉਣਾ ਚਾਹੀਦਾ ਹੈ।
ਕਾਂਗਰਸੀ सांसद शशि थरूर ने कहा कि कोई भी देश इस तरह धमकी नहीं दे सकता। उन्होंने कहा कि अमरीकी समान ते साडे औसत टैरिफ 17% है, सानू 17% ते क्यों रुकना चाहिए, सानू इस नूं 50% तक ਵਧਾਉਣਾ ਚਾਹੀਦਾ है। शशि थरूर ने कहा कि सानू अमरीका तो पुछण दी लोड़ है कि ਉਹ ਸਾਡੇ ਸੰਬੰਧਾਂ ਦੀ ਕਦਰ नहीं करते। जेकर भारत उन्हां दे ਲਈ मायने नहीं रखदा ਤਾਂ ਉਹਨਾਂ ਨੂੰ ਸਾਡੇ ਲਈ ਵੀ मायने नहीं रखने चाहिए। I see. Well, I mean, I don't think that's particularly good news for us, but you know, obviously if that takes our total tariffs to 50%, then that's going to make our goods unaffordable to a lot of people in America. And in particularly when you're looking at these percentages, you have to compare them with the tariffs being levied on some of our competitors. And I'm afraid if you look at people like Vietnam, Indonesia, Philippines, even Bangladesh and Pakistan have lower tariffs than us, then ultimately people will not be buying goods from us in America if they can buy them cheaper elsewhere. So that's not very good for our exports to America. This means we need to very seriously diversify to other countries and other markets which may be interested in what we have to offer. We now have an FTA with the UK. We are talking to the EU. There are many countries in which hopefully we would be able to, but in the short term it is definitely a blow. I don't think we can sugarcoat it. Very clearly we have to act accordingly, and we will have to learn our lessons from this experience. I think there is certainly a likelihood there will be some pressure within India now to impose comparable reciprocal tariffs on American exports to India. So I think we're going to have to really start looking at other trading partners much more in these circumstances. ਉੱਥੇ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਟਰੰਪ ਦੇ 50% ਟੈਰਿਫ ਵਾਲੇ ਐਲਾਨ ਨੂੰ ਆਰਥਿਕ ਬਲੈਕਮੇਲਿੰਗ ਦੱਸਿਆ। ਉਹਨਾਂ ਕਿਹਾ ਕਿ ਭਾਰਤ ਨੂੰ ਇੱਕ ਅਨੁਚਿਤ ਵਪਾਰਕ ਸੌਦੇ ਦੇ ਲਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਪ੍ਰਧਾਨ ਮੰਤਰੀ ਮੋਦੀ ਆਪਣੀ ਕਮਜ਼ੋਰੀ ਨੂੰ ਭਾਰਤੀ ਲੋਕਾਂ ਦੇ ਹਿੱਤਾਂ ਤੇ ਹਾਵੀ ਨਾ ਹੋਣ ਦੇਣ। ਪੰਜਾਬ ਦੇ ਸਾਂਸਦਾਂ ਨੇ ਵੀ ਟਰੰਪ ਦੇ ਟੈਰਿਫ ਐਲਾਨ ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਪੀਐਮ ਮੋਦੀ ਟਰੰਪ ਨੂੰ ਆਪਣਾ ਦੋਸਤ ਮੰਨਦੇ ਨੇ, ਪਰ ਹੁਣ ਦੋਸਤ ਹੀ ਸਾਡੇ ਤੇ ਟੈਰਿਫ ਲਗਾ ਰਹੇ। ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਬਿਆਨ ਆਇਆ ਹੈਗਾ ਕਿ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਖੜਨਗੇ ਔਰ ਵੱਡਾ ਫੈਸਲਾ ਲੈਣਗੇ, ਪਰ ਮੋਦੀ ਸਾਹਿਬ ਨੇ ਇਹ ਨਹੀਂ ਦੱਸਿਆ ਉਹਨਾਂ ਦਾ ਬਿਆਨ ਇਹ ਕਿਸ ਸੰਦਰਭ ਦੇ ਵਿੱਚ ਹੈਗਾ। ਕੀ ਮੋਦੀ ਸਾਹਿਬ ਕਹਿ ਰਹੇ ਨੇ ਕਿ ਉਹ WTO ਚੋਂ ਬਾਹਰ ਆਉਣਗੇ, ਜਾਂ ਮੋਦੀ ਸਾਹਿਬ ਜਿਹੜਾ ਬਿਆਨ ਦੇ ਰਹੇ ਨੇ ਟਰੰਪ ਦੇ ਬਿਆਨ ਦੇ ਵਿੱਚ ਦੇ ਕਾਊਂਟਰ ਵਜੋਂ ਦੇ ਰਹੇ ਨੇ, ਤੇ ਜਾਂ ਫਿਰ ਮੋਦੀ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਡਬਲ ਕਰ ਦਿਆਂਗੇ, ਉਹਨੂੰ ਡਬਲ ਕਰਨ ਦੀ ਗੱਲ ਕਰ ਰਹੇ ਨੇ। ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਊਗਾ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ। ਕੀ ਮੋਦੀ ਸਾਹਿਬ ਇਸ ਬਾਰੇ ਗੱਲ ਕਰ ਰਹੇ ਨੇ? ਬੀਜੇਪੀ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਗੱਲ ਕਲੀਅਰਲੀ ਦੱਸਣੀ ਚਾਹੀਦੀ ਹੈ कि उन्होंने दा जिहड़ा बयान है वो किस संदर्भ दे विच है। प्रधानमंत्री जी ने जो कहा है मेरे ख्याल में उनको उसके ऊपर ध्यान देना चाहिए। कितने 1.5 साल के करीब हिंदुस्तान के किसान दिल्ली बैठे रहे और 700 से ज़्यादा किसान शहीद हो गए, तो उसके बाद भी आज भी किसान जो हैं वो MSP मुद्दे पर के इसको लीगल गारंटी देनी चाहिए, वो नहीं कर रहे। और जो फर्टिलाइज़र को जो दाम इतने बढ़ रहे हैं, और इस बार तो ऐसा हुआ कि जो यूरिया है वो भी मिलनी मुश्किल होगी। तो प्रधानमंत्री जी आप कहते हैं कि मेरे को कोई भी कैसा भी कि कोई भी भुगतान करना पड़े मैं करूँगा, पहले आप अपना रोड मैप बताइए। तो ये बातें प्रधानमंत्री जी को सबसे पहले ये बताना चाहिए कि जो हमारा अनाज है इसके लिए क्या करेंगे, कैसा करेंगे, क्या क्या हमें करना चाहिए, ये जो फूड ग्रेन है इसका कैसे करेंगे। ये तो काफ़ी कुछ करना पड़ेगा और बहुत जल्दी इनको करना चाहिए। कि राष्ट्रपति वालों टैक्स ड्यूटी ਵਧਾਉਣ ਦੇ ਬਾਅਦ ਨਰਿੰਦਰ ਭਾਈ ਮੋਦੀ ਜਿਸ ਪ੍ਰਕਾਰ ਕਿਸਾਨਾਂ ਦੇ ਹੱਕ 'ਚ ਅੜੇ ਨੇ ਉਹ ਨਰਿੰਦਰ ਭਾਈ ਮੋਦੀ ਕਰ ਸਕਦੇ ਨੇ। ਉਹਨਾਂ ਨੇ ਬੜਾ ਸਾਫ਼ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਦੇ ਨਾਲ, ਪਸ਼ੂ ਪਾਲਕਾਂ ਦੇ ਹਿੱਤਾਂ ਦੇ ਨਾਲ, ਮਛਲੀ ਪਾਲਕਾਂ ਦੇ ਹਿੱਤਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਇਹ ਨਰਿੰਦਰ ਭਾਈ ਮੋਦੀ ਹੀ ਕਰ ਸਕਦੇ ਨੇ। ਔਰ ਜਿਹੜੀ ਦ੍ਰਿੜਤਾ ਉਹਨਾਂ ਨੇ ਦੱਸੀ ਹੈ ਇਹਦੇ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਅਗਰ ਕਿਸਾਨਾਂ ਦਾ ਸੱਚਾ ਹਿਤੈਸ਼ੀ ਕੋਈ ਹੈ, ਕਿਸਾਨੀ ਨਾਲ ਅਗਰ ਕੋਈ ਪਿਆਰ ਕਰਦਾ ਹੈ ਤੇ ਉਹ ਨਰਿੰਦਰ ਭਾਈ ਮੋਦੀ ਨੇ। ਮੈਂ ਪੰਜਾਬ ਦੀ ਜਨਤਾ ਵੱਲੋਂ, ਪੰਜਾਬ ਦੇ ਕਿਸਾਨਾਂ ਵੱਲੋਂ
ਨਰਿੰਦਰ ਭਾਈ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਖੜਾ ਹੋਣਾ, ਪਸ਼ੂ ਪਾਲਕਾਂ ਨਾਲ ਖੜਾ ਹੋਣਾ ਔਰ ਮਛਲੀ ਪਾਲਕਾਂ ਨਾਲ ਖੜਾ ਹੋਣਾ ਔਰ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਐਡਾ ਵੱਡਾ ਨਿਰਣੇ ਜਿਹੜਾ ਲਿਆ ਹੈ ਉਹ ਕੇਵਲ ਔਰ ਕੇਵਲ ਨਰਿੰਦਰ ਮੋਦੀ ਲੈ ਸਕਦੇ ਨੇ। ਸੋ ਟੈਰਿਫ ਵਾਰ ਤੇ ਪੋਲਿਟਿਕਸ ਜਾਰੀ ਹੈ, ਪਰ ਇਸੇ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਗਲਤ ਵੀ ਕਰਾਰ ਦਿੱਤਾ ਹੈ। MEA ਮੁਤਾਬਕ ਇਹ ਕਾਰਵਾਈ ਬੇਹਿਸਾਬ, ਅਨੁਚਿਤ ਅਤੇ ਗੈਰ ਵਾਜਿਬ ਹੈ। ਆਉਣ ਵਾਲੇ ਦਿਨਾਂ 'ਚ ਭਾਰਤ ਆਪਣੇ ਦੇਸ਼ ਹਿੱਤਾਂ ਦੇ ਲਈ ਜ਼ਰੂਰੀ ਕਦਮ ਵੀ ਚੁੱਕੇਗਾ। ਬਿਊਰੋ ਰਿਪੋਰਟ, ਜ਼ੀ ਮੀਡੀਆ। ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਤੇ ਪੰਜਾਬ ਦੀ ਧਰਤੀ ਤੇ ਕੀ ਅਸਰ ਹੈ? ਇੱਕ ਵੱਡਾ ਚਿੰਤਾਜਨਕ ਸਵਾਲ ਇਹ ਵੀ ਹੈ ਕਿਉਂਕਿ ਪੰਜਾਬ ਤੋਂ ਵੱਡੇ ਗਿਣਤੀ ਦੇ ਵਿੱਚ ਸਮਾਨ ਅਮਰੀਕਾ ਦੀ ਧਰਤੀ ਤੇ ਐਕਸਪੋਰਟ ਕੀਤਾ ਜਾ ਰਿਹਾ ਸੀ। ਛੋਟੇ ਕਾਰੋਬਾਰੀ ਮਾਰੇ ਜਾਣਗੇ। ਟੈਰਿਫ ਵਾਰ ਦਾ ਪੰਜਾਬ ਤੇ ਕੀ ਅਸਰ? ਪੰਜਾਬ ਦੇ ਕਿਹੜੇ-ਕਿਹੜੇ ਖੇਤਰ ਹੋਣਗੇ ਪ੍ਰਭਾਵਿਤ? ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫ ਬੰਬ ਦਾ ਪੰਜਾਬ ਤੇ ਕੀ ਅਸਰ ਵੇਖਣ ਨੂੰ ਮਿਲ ਸਕਦਾ ਹੈ? ਇਹ ਇੱਕ ਵੱਡਾ ਸਵਾਲ ਹੈ। ਪੰਜਾਬ ਦੇ ਉਦਯੋਗ ਤੇ ਇਹ ਟੈਰਿਫ ਵਾਰ ਗੰਭੀਰ ਪ੍ਰਭਾਵ ਪਾਉਣ ਵਾਲਾ ਹੈ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵੱਲੋਂ ਅਮਰੀਕਾ ਨੂੰ ਭੇਜੇ ਜਾਣ ਵਾਲੇ ਸਮਾਨ ਦੀ ਮਾਤਰਾ ਵਿੱਚ ਕਮੀ ਆ ਸਕਦੀ ਹੈ। ਇਹ ਸਥਿਤੀ ਪੰਜਾਬ ਦੀ ਸਨਅਤ ਤੇ ਨਕਾਰਾਤਮਕ ਪ੍ਰਭਾਵ ਛੱਡੇਗੀ। ਖਾਸ ਕਰਕੇ ਛੋਟੇ ਅਤੇ ਦਰਮਿਆਨੇ ਪੱਧਰ ਤੇ ਉਤਪਾਦਕਾਂ ਨੂੰ ਵੱਡਾ ਧੱਕਾ ਲੱਗ ਸਕਦਾ ਹੈ। ਟੈਰਿਫ ਖਿਲਾਫ ਭਾਰਤ ਵੱਲੋਂ ਅਮਰੀਕਾ ਨੂੰ ਬਿਜਲੀ ਉਪਕਰਨ, ਗਹਿਣੇ, ਦਵਾਈਆਂ, ਮਸ਼ੀਨ ਅਤੇ ਔਜ਼ਾਰ, ਸਟੀਲ ਉਪਕਰਨ, ਆਟੋ ਪਾਰਟਸ ਅਤੇ ਖਣਿਜ ਨਿਰਯਾਤ ਕੀਤਾ ਜਾਂਦਾ ਹੈ। ਇਸ ਦੇ ਨਾਲ-ਨਾਲ ਆਰਗੈਨਿਕ ਕੈਮੀਕਲ, ਪਲਾਸਟਿਕ ਦਾ ਸਮਾਨ, ਰਬੜ, ਕੱਪੜਾ ਅਤੇ ਟੈਕਸਟਾਈਲ ਖੇਤਰ ਵੀ ਇਸ ਟੈਰਿਫ ਵਾਰ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕਾ ਦੇ ਭਾਰਤ ਦਰਮਿਆਨ ਵਪਾਰਕ ਤਣਾਅ ਨੇ ਨਵਾਂ ਮੋੜ ਲੈ ਲਿਆ। ਇਹ ਟੈਰਿਫ ਵਾਰ ਦੇਸ਼ ਦੇ ਨਾਲ ਪੰਜਾਬ ਦੇ ਉਦਯੋਗ ਨੂੰ ਵੀ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਦੇ ਨਾਲ ਅਮਰੀਕਾ ਨੂੰ ਭੇਜੇ ਜਾਣ ਵਾਲਾ ਸਮਾਨ ਹੋਰ ਮਹਿੰਗਾ ਹੋ ਜਾਵੇਗਾ ਅਤੇ ਇਹ ਕਿਸਾਨਾਂ, ਕਾਰੋਬਾਰੀਆਂ ਅਤੇ ਛੋਟੇ MSME ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤਾਂ ਸੰਯੁਕਤ ਕਿਸਾਨ ਮੋਰਚੇ ਨੇ ਟੈਰਿਫ ਵਾਰ ਤੇ ਅਮਰੀਕਾ ਦੇ ਖਿਲਾਫ ਹੁਣ ਜੰਗ ਛੇੜ ਦਿੱਤੀ ਹੈ। SKM ਨੇ ਕਿਹਾ ਕਿ ਅਸੀਂ ਡੋਨਲਡ ਟਰੰਪ ਦਾ ਪਿੰਡਾਂ ਦੇ ਵਿੱਚ ਪੁਤਲਾ ਸਾੜਾਂਗੇ। ਟੈਰਿਫ ਖਿਲਾਫ ਕਿਸਾਨਾਂ ਨੇ ਛੇੜੀ ਜੰਗ। ਟਰੰਪ ਦੇ ਪੁਤਲੇ ਸਾੜਨਗੇ ਕਿਸਾਨ। ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ਤੇ ਲਗਾਏ ਗਏ 50% ਟੈਰਿਫ ਦੇ ਐਲਾਨ ਖਿਲਾਫ ਹੁਣ ਪੰਜਾਬ ਦੇ ਕਿਸਾਨਾਂ ਨੇ ਵੀ ਜੰਗ ਛੇੜ ਦਿੱਤੀ ਹੈ। SKM ਵੱਲੋਂ ਸੂਬੇ ਭਰ 'ਚ ਟਰੰਪ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ। SKM ਨੇ PM ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਦੇ ਦਬਾਅ ਹੇਠ ਨਾ ਆਉਣ। SKM ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਨਿਸ਼ਾਨਾ ਬਣਾ ਕੇ ਬੇਇਨਸਾਫੀ ਅਤੇ ਅਰਾਜਕ ਵਿਸ਼ਵ ਵਿਵਸਥਾ ਲਗਾਉਣ ਦੇ ਲਈ ਆਪਣੀ ਆਰਥਿਕ ਅਤੇ ਫੌਜੀ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ। ਕਿਸਾਨਾਂ ਦੇ ਮੁਤਾਬਕ ਭਾਰਤ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਆਪਣੀ ਪ੍ਰਭੂਸੱਤਾ ਨਹੀਂ ਛੱਡ ਸਕਦਾ। ਭਾਰਤ ਘੱਟ ਲਾਗਤ ਅਤੇ ਸਰੋਤਾਂ ਤੋਂ ਤੇਲ ਖਰੀਦਣ ਦੇ ਆਪਣੇ ਪ੍ਰਭੂਸੱਤਾ ਅਧਿਕਾਰ ਨੂੰ ਨਹੀਂ ਛੱਡ ਸਕਦਾ। ਭਾਰਤ ਦੇ ਲੋਕਾਂ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਤੋਂ ਪੀੜਤ ਨਹੀਂ ਬਣਾਇਆ ਜਾ ਸਕਦਾ। ਭਾਰਤ ਦੀ ਖੇਤੀਬਾੜੀ, ਮੱਛੀ ਪਾਲਣ ਅਤੇ ਡੇਅਰੀ ਨੂੰ ਅਮਰੀਕਾ ਆਪਣੀਆਂ ਕੰਪਨੀਆਂ ਲਈ ਖੋਲ੍ਹਣਾ ਚਾਹੁੰਦਾ ਹੈ। ਭਾਰਤ ਆਪਣੇ ਕਿਸਾਨ ਭਾਈਚਾਰੇ ਦੇ ਹਿੱਤਾਂ ਨੂੰ ਨਹੀਂ ਛੱਡ ਸਕਦਾ। ਭਾਰਤ 'ਚ 50% ਤੋਂ ਵੱਧ ਲੋਕ ਖੇਤੀਬਾੜੀ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ। ਭਾਰਤ 'ਚ ਖੇਤੀਬਾੜੀ ਤੇ ਨਿਰਭਰ ਕਾਰਜ ਬਲ 48% ਹੈ, ਜਦੋਂ ਕਿ ਅਮਰੀਕਾ 'ਚ ਇਹ ਸਿਰਫ 2.6% है। जो आज हमने सुना पहले 25% टैरिफ था अमेरिका का, आज उन्होंने 50% कर दिया। हमारा मानना भी कभी भी किसी भी देश के प्रधानमंत्री को निजी तौर पर कोई भी कीमत चुकानी नहीं पड़ती। ये विक्टिम कार्ड है। अगर गलत समझौता हमारी सरकार करेगी तो ये देश के किसान, मजदूर और 140 करोड़ लोगों को चुकानी पड़ेगी। हम तो लगातार भारत सरकार को कहते रहे हैं भी पूरा भारत, पूरे देश के किसान मजदूर आपके साथ हैं। प्रधानमंत्री जी का आज बयान बहुत लेट आया। अगर पहले ही जब समझौता हो रहा था ये बयान आ जाता तो शायद अमेरिका जुर्त न करता हमारे ऊपर दबाव डालने का। और हम ये भी चाहेंगे कि भारत सरकार स्पष्ट करे कि अमेरिका किन किन क्षेत्रों में क्या क्या टैक्स
छूट की मांग कर अब पूरे देश को ज्ञात हो, मालूम हो क्या हो रहा है। और हम कहेंगे अगर लेट ही सही, अगर प्रधानमंत्री जी अब डट जाएं तो पूरा देश उनके साथ है, कोई भी गलत समझौता नहीं होना चाहिए। अगर कुछ भी ऐसा हुआ तो देश के किसान मजदूर को रोड पे आने के अलावा और भी कोई चारा नहीं है। आशा करते हैं हमारे देश के हित के विरोध का कोई भी समझौता हम नहीं करेंगे। ਐਸਕੇਐਮ ਨੇ ਕਿਸਾਨਾਂ, ਮਜ਼ਦੂਰਾਂ ਤੇ ਸਾਰੇ ਲੋਕਾਂ ਨੂੰ ਭਾਰਤੀ ਅਰਥ ਵਿਵਸਥਾ ਤੇ ਇਸ ਆਰਥਿਕ ਪਾਬੰਦੀ ਖਿਲਾਫ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ, ਜਿਸ ਦੇ ਮੱਦੇਨਜ਼ਰ 13 ਅਗਸਤ ਨੂੰ ਹੋਣ ਵਾਲੇ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਨਾਲ ਹੀ ਐਸਕੇਐਮ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਵੀ ਮੰਗ ਕੀਤੀ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤਾਂ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਕਿਤੇ ਜਾਇਓ ਨਾ। ਸਹੀ 7:30 ਵਜੇ ਦਿਖਾਵਾਂਗੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜੋ ਕੁਝ ਅੱਜ ਹਾਈ ਕੋਰਟ ਦੇ ਵਿੱਚ ਹੋਇਆ, ਉਸ ਨੂੰ ਕਿੰਨੇ ਵੋਲਟੇਜ ਦਾ ਝਟਕਾ ਪੰਜਾਬ ਸਰਕਾਰ